ਜਿਵੇਂ ਆਪਾਂ ਕਨੈਕਸ਼ਨ ਟਾਈਪ ਦੇ ਵਿੱਚ ਅਦਰ ਸਿਲੈਕਟ ਕਰ ਲਿਆ, ਫਿਰ ਆਪਾਂ ਸਿਲੈਕਟ ਕਰਨਾ ਕਨੈਕਸ਼ਨ ਜਿਹੜਾ ਹੈਗਾ ਉਹ ਰੈਗੂਲਰ ਜਾਂ ਟੈਂਪਰੇਰੀ, ਕਿਉਂਕਿ ਇਸ ਬੇਸ ਦੇ ਉੱਤੇ ਉਹਦੀ ਅੱਗੇ ਟੈਰਿਫ ਸਿਲੈਕਟ ਹੋਣਾ ਜਿਸ ਨਾਲ ਉਹਦੀ ਟੈਰਿਫ ਰੇਟ ਲੱਗੇਗਾ। ਰੈਗੂਲਰ ਟੈਂਪਰੇਰੀ ਸਿਲੈਕਟ ਕਰਦਾ, ਟੈਂਪਰੇਰੀ ਦੇ ਬੇਸ ਤੇ ਉਹਦੀ ਸਿਕਿਉਰਿਟੀ ਪੈਣੀ ਸੀ। ਅੱਗੇ ਨਾ ਮੀਟਰ ਪ੍ਰੋਵਾਈਡਡ ਬਾਈ ਕੰਜ਼ਿਊਮਰ ਯੈਸ ਔਰ ਨੋ, ਮੋਸਟਲੀ ਨੋ ਹੀ ਹੁੰਦਾ, ਕੁਝ ਪੇਸ ਵਿੱਚ ਨੋ ਯੈਸ ਹੁੰਦਾ ਹੈ। ਯੈਸ ਜੇ ਕਰਾਂਗੇ ਤਾਂ ਆਪਾਂ ਸਿਕਿਉਰਿਟੀ ਜੋ ਚਾਰਜ ਕਰਨੀ ਹੈ ਮੀਟਰ ਸਿਕਿਉਰਿਟੀ ਆਪਾਂ ਨਹੀਂ ਕਰਾਂਗੇ, ਸਿਸਟਮ ਨਹੀਂ ਚਾਰਜ ਕਰੇਗਾ। ਜੇ ਤੁਸੀਂ ਯੈਸ ਕਰ ਦੋਗੇ, ਜੇ ਨੋ ਕਰੋਗੇ ਤਾਂ ਮਤਲਬ PSPCL ਦਾ ਆਪਣਾ ਮੀਟਰ ਇੰਸਟਾਲ ਹੈ, ਤੇ ਉਸ ਨਾਲ ਆਪਾਂ ਜਿਹੜਾ ਮੀਟਰ ਰੈਂਟ ਵਗੈਰਾ ਅੱਗੇ ਜੋ ਐਗਜ਼ੈਂਪਟ ਕਰਨਾ ਹੈ ਉਹ ਸਾਰੇ ਫਲੈਗ ਵੀ ਸਿਲੈਕਟ ਹੋ ਜਾਣਗੇ। ਟੈਂਪਰੇਰੀ ਸਟਰਕਚਰ, ਟੈਂਪਰੇਰੀ ਸਟਰਕਚਰ ਮੋਸਟਲੀ ਨੋ ਹੀ ਹੁੰਦਾ ਰੈਗੂਲਰ ਦੇ ਵਿੱਚ, ਪਰ ਤੁਹਾਨੂੰ ਜਿਵੇਂ ਦੱਸਿਆ ਸੀ ਕਿ ਕੁਝ ਖਾਤਿਆਂ ਦੇ ਟੈਂਪਰੇਰੀ ਸਟਰਕਚਰ 'ਚ ਰੈਗੂਲਰ ਕਨੈਕਸ਼ਨ ਲੈ ਲੈਂਦਾ ਹੈ, ਤਾਂ ਤੁਸੀਂ ਯੈਸ ਕਰੋਗੇ, ਉਸ ਬੇਸ 'ਤੇ ਉਹਦੀ ਸਿਕਿਉਰਿਟੀ ਕੈਲਕੂਲੇਟ ਹੋਵੇਗੀ। ਨੀਅਰਸਟ CA ਮਤਲਬ ਗੁਆਂਢੀ ਦਾ ਖਾਤਾ, ਜੇ ਤੁਸੀਂ ਗੁਆਂਢੀ ਦਾ ਖਾਤਾ ਸਹੀ ਪਾਓ, ਯੂਜ਼ਰ ਪਾਏਗਾ, SAP ਚੈੱਕ ਕਰੇਗਾ ਕਿ ਸੇਮ ਸਬ ਡਿਵੀਜ਼ਨ ਦਾ ਹੈਗਾ ਤਾਂ ਸਿਲੈਕਟ ਕਰ ਲੇਗਾ। ਸੇਮ ਸਬ ਡਿਵੀਜ਼ਨ ਵਿੱਚ ਉਹ ਤੁਸੀਂ ਗਲਤ ਲੈਜਰ ਦਾ ਪਾ ਦਿੰਦਾ, ਜਾਂ ਕੰਜ਼ਿਊਮਰ ਗਲਤ ਲੈਜਰ ਦਾ ਲਿਆ ਕੇ ਦੇ ਦਿੰਦਾ ਹੈ, ਤਾਂ ਫਿਰ ਗਲਤ ਉਸ ਨੂੰ ਲੈਜਰ ਲੱਗ ਜਾਏਗੀ। ਜਦੋਂ ਮੀਟਰ ਇੰਸਟਾਲ ਹੋਏਗਾ ਤਾਂ ਉਹਨੂੰ ਕਰੈਕਸ਼ਨ ਕਰਨ ਦੀ ਅਗਰ ਪ੍ਰੋਵੀਜ਼ਨ ਉਸੇ ਵਕਤ ਰੱਖੀ ਹੈ ਜਦੋਂ ਮੀਟਰ ਇੰਸਟਾਲ ਕਰ ਰਿਹਾ ਹੈ ਜੀ। ਤੇ ਜੀ ਸਰ ਦੀ ID ਤੋਂ ਮੀਟਰ ਇੰਸਟਾਲ ਹੋ ਰਿਹਾ ਹੈ ਤਾਂ ਉਹਦਾ MRU ਲੈਜਰ ਸਹੀ ਕਰ ਸਕਦੇ ਨੇ। SAP ਆਟੋ ਉੱਥੋਂ ਦੀ ਕਾਪੀ ਕਰ ਲਿਆ ਉਹਦਾ MRU 100118900, ਤੁਸੀਂ ਨੋਟ ਕਰ ਲਓ ਟ੍ਰੇਨਿੰਗ ਦੇ ਵਿੱਚ ਪਾਉਣ ਲਈ। ਸਬ ਡਿਵੀਜ਼ਨ ਕੋਡ ਆਪਾਂ 4212 ਹੀ ਪਾਵਾਂਗੇ, ਤੇ ਗੁਆਂਢੀ ਦਾ ਖਾਤਾ ਨੀਅਰਸਟ CA ਨੰਬਰ 100118900। RAP DRP ਯੈਸ ਔਰ ਨੋ। RAP DRP ਦੱਸਦਾ ਕਿ ਉਹ ਬਾਉਂਡਰੀ ਮੀਟਰ ਦੇ ਅੰਦਰ ਹੈ ਜਾਂ ਬਾਉਂਡਰੀ ਮੀਟਰ ਦੇ ਬਾਹਰ ਹੈ, ਕਿ ਡੰਮੀ ਫੀਟਰ ਤੇ ਜਾਏਗਾ ਜਾਂ ਟਾਊਨ ਸਿਟੀ ਫੀਟਰਾਂ ਦੇ ਨੇ ਟੈਗ ਹੋਣਾ। ਤਾਂ ਜੇ ਬਾਈ ਚਾਂਸ ਗਲਤ ਵੀ ਤੁਸੀਂ ਸਿਲੈਕਟ ਕਰਦੇ ਤਾਂ ਅੱਗੇ JEI ਸਰ ਕੋਲ ਪ੍ਰੋਵੀਜ਼ਨ ਹੈ ਕਿ ਉਸ ਨੂੰ ਕਰੈਕਸ਼ਨ ਕਰਨੀ ਹੈ। ਮੋਸਟ ਜ਼ਿਆਦਾ ਨੌਲੇਜ ਉਹਨਾਂ ਨੂੰ ਹੀ ਹੋਏਗੀ ਕੰਜ਼ਿਊਮਰ ਦੀ ਜੋ ਫੀਲਡ ਵਿੱਚ ਵਿਜ਼ਿਟ ਕਰਕੇ ਆਏਗੇ। ਰੂਰਲ ਐਂਡ ਅਰਬਨ, ਰੂਰਲ ਐਂਡ ਅਰਬਨ ਦੇ ਵਿੱਚ ਕੀ ਹੋਏਗਾ, ਮੀਟਰ ਟਾਈਪ ਉਸਨੇ ਐਸਾ ਸਿਲੈਕਟ ਕਰ ਲਿਆ, ਸਿੰਗਲ ਫੇਸ ਆਟੋਮੈਟਿਕਲੀ ਸਿਲੈਕਟ ਕਰ ਲਿਆ, ਕਿਉਂਕਿ ਲੋਡ ਦੇ ਅਕੋਰਡਿੰਗ 7 ਕਿਲੋਵਾਟ ਤੱਕ ਐਸੇ ਹੀ ਲੱਗੇਗਾ ਸਿੰਗਲ ਫੇਸ, 7 ਤੋਂ ਉੱਪਰ ਉਹ ਆਟੋ ਹੀ 3 ਫੇਸ ਹੋ ਜਾਏਗਾ। ਰੂਰਲ ਜਾਂ ਅਰਬਨ, ਇਹਦੇ ਵਿੱਚ ਕੀ ਹੋਊਗਾ, ਜੇ ਰੂਰਲ ਏਰੀਆ ਹੋਇਆ ਤਾਂ ED 15% ਕਰੇਗਾ, ਅਰਬਨ ਦੇ ਵਿੱਚ ED 13 ਤੇ MT 2%। ਜਦੋਂ ਅਸੀਂ ਰਿਪੋਰਟ ਕਰਕੇ ਐਡਜਸਟਮੈਂਟ ਕਰਨੀ ਹੁੰਦੀ ਹੈ ਮਿਊਨਿਸਪਲ ਕਮੇਟੀ ਨਾਲ, ਤਾਂ ਉਹ ਸਾਡੇ ਕੋਲ ਇੱਕ ਰਿਪੋਰਟ ਆ ਜਾਏਗੀ 2% ਦੇ ਅਕੋਰਡਿੰਗ ਅਸੀਂ ਕਿੰਨੀ ਰਿਕਵਰ ਕਰ ਲਈ ਹੈ। ਤਾਂ ਇਹ ਸਬ ਡਿਵੀਜ਼ਨ ਦੇ ਵਿੱਚ ਬਿੱਲ ਪਾਸ ਕਰਨ ਵੇਲੇ ਜਾਂ ਕੁਝ ਐਡਜਸਟਮੈਂਟ ਕਰਨ ਵੇਲੇ ਉਹ ਯੂਜ਼ ਹੋ ਜਾਏਗੀ। ਟੋਟਲ ਆਪਾਂ ਲਵਾਂਗੇ 15% ਹੀ, ਤਾਂ 13 ਜਾਂ 2 ਤਾਂ ਸਿੱਧਾ 15। ਇਹ ਲਗਾਉਣ ਤੋਂ ਬਾਅਦ ਸਾਨੂੰ ਜਿਹੜਾ ਓਪਰੈਂਡ ਦੱਸ ਰਿਹਾ ਸੀ ਕਿ ਓਪਰੈਂਡ ਹੁੰਦਾ ਹੈ, ਜੇ ਲਾਸਟ ਲੈਕਚਰ 'ਚ ਦੱਸ ਰਿਹਾ ਸੀ, ਉਹ ਓਪਰੈਂਡ ਉੱਥੇ ਅਪਡੇਟ ਹੋ ਜਾਏਗਾ, ਤਾਂ ਓਪਰੈਂਡ ਉਸ ਨੂੰ ਦੱਸ ਦੇਗਾ ਕਿ 15% ਹੈ ਜਾਂ 13%, ਉਸ ਬੇਸ 'ਤੇ ਉਹਦੀ ਕੈਲਕੂਲੇਸ਼ਨ ਹੋਣੀ। ਸਾਰੇ ਡਾਟਾ ਭਰਨ ਤੋਂ ਬਾਅਦ ਇਹ ਡਾਟਾ ਜਿਹੜਾ ਤੁਸੀਂ ਇਹ ਡਾਟਾ ਭਰਿਆ ਇਹਦੇ ਵਿੱਚ, ਇਹ ਡਾਟਾ ਬੇਸ ਦੀ ਕੈਲਕੂਲੇਸ਼ਨ ਹੋਣੀ ਹੈ। ਇਹਨਾਂ ਦਾ ਕੰਬੀਨੇਸ਼ਨ ਨਾਲ ਜੋ ਕੈਲਕੂਲੇਸ਼ਨ ਬਣਦੀ ਹੈ ਉਹ ਕੈਲਕੂਲੇਸ਼ਨ ਹੋ ਕੇ ਉਹਦਾ ਡਿਮਾਂਡ ਨੋਟ ਜਨਰੇਟ ਹੋਏਗਾ। ਜੋ ਸੇਵ ਕਰਾਂਗੇ ਤਾਂ ਸੇਵ ਹੋਣ 'ਤੇ ਇੱਕ CRM ਦੇ ਵਿੱਚ ਆਰਡਰ ਬਣੇਗਾ, ਇੱਕ ISU ਦੇ ਵਿੱਚ। ਤਾਂ ISU ਵਾਲਾ ਆਰਡਰ 100 ਤੋਂ ਸਟਾਰਟ ਹੋਏਗਾ ਤੇ CRM ਵਾਲਾ ਆਰਡਰ 800। ਦੋਨਾਂ ਦੇ ਵਿੱਚ ਅਸੀਂ ਇਹਦੀ ਹਿਸਟਰੀ ਦੇਖ ਸਕਦੇ ਹਾਂ, ਕਿਸ ਨੇ ਆਰਡਰ ਵਿੱਚ ਕੀ ਅਪਲਾਈ ਕੀਤਾ ਸੀ। ਜੇ ਨਿਊ ਕਨੈਕਸ਼ਨ ਦਾ SAP ਵਾਲਾ CRM ਵਾਲਾ ਨੰਬਰ ਇਹ ਹੈ ਤੇ ISU ਵਾਲਾ ਇਹ, ਤੇ ਨਾਲ ਹੀ ਮਤਲਬ ਚੀਜ਼ CA ਨੰਬਰ ਦਿਖਾਵਾਂਗੇ, CA ਨੰਬਰ ਕਿਵੇਂ ਬਣਦਾ ਹੈ। CA ਨੰਬਰ ਕਿਵੇਂ ਵਾਲਾ ਆਪਾਂ ਨੂੰ ਸ਼ੋ ਨਹੀਂ ਹੋਇਆ, ਉਹਦੇ ਦੇਖੋ ਗੁਰਪ੍ਰੀਤ ਸਿੰਘ ਦੇ ਨਾਲ CA ਨੰਬਰ ਨਹੀਂ ਆ ਰਿਹਾ। ਐਂਡ ਕਰਕੇ ਇਸ ਚੀਜ਼ ਦਾ ਧਿਆਨ ਰੱਖਣਾ ਹੈ, ਰੀਫਰੈਸ਼ ਕਰਨੀ ਹੈ ਵਿੰਡੋ। ਰੀਫਰੈਸ਼ ਕਰਨ ਦਾ ਈਜ਼ੀਐਸਟ ਤਰੀਕਾ ਹੀ ਹੈ, ਐਂਡ ਕਰਕੇ CA ਨੂੰ ਅਸੀਂ ਦੁਬਾਰਾ ਖੋਲਾਂਗੇ, ਜਿਸ ਨਾਲ ਤੁਹਾਨੂੰ ਪਤਾ ਲੱਗ ਜਾਏ CA ਖੋਲ੍ਹਣ ਲਈ CA ਕਿੱਥੇ ਨੰਬਰ ਪਾਉਣਾ ਹੈ। ਕੰਟਰੈਕਟ ਅਕਾਊਂਟ ID ਦੇ ਅੱਗੇ CA ਨੰਬਰ ਪਾ ਕੇ ਪੇਸਟ ਕਰ ਦਾਂਗੇ। BP ਨੰਬਰ ਪਾਉਣ ਲਈ ਆਪਾਂ BP ਵਾਲੇ ਕੋਲ 'ਚ ਜਾਵਾਂਗੇ, ਹਲੇ CA ਨੰਬਰ ਸਾਨੂੰ ਚਾਹੀਦਾ ਹੈ, तो BP नंबर वाले चीज़ जाओगे, BP नंबर पावांगे, BP नंबर पाके एंटर, देन वो आइडेंटिफाई कर लेगा कि उसका कॉन्ट्रैक्ट अकाउंट नंबर SAP ने कैलकुलेट किया है। पूरे आ गया SAP अकाउंट नंबर कन्फर्म्ड। जो SAP अकाउंट नंबर कन्फर्म्ड हो गया तो आप उसका डिमांड नोट जनरेट कर सकते हैं। नैविगेशन बार के डिमांड नोट जनरेट होएगा UDC की ID तो,
ਜਨਰੇਟ ਡਿਮਾਂਡ ਨੋਟਿਸ, ਜਨਰੇਟ ਡਿਮਾਂਡ ਨੋਟਿਸ ਦੇ ਵਿੱਚ ਜਾਵਾਂਗੇ। ਇਹਦੇ 'ਚ ਲਿਖਿਆ ਜਨਰੇਟ ਡਿਮਾਂਡ ਨੋਟਿਸ ਫॉर ZNCO ZLCO, ਦੋਨਾਂ ਦਾ ਲੌਜਿਕ ਸੇਮ ਹੈ, ਚਾਰਜ ਕਰਨ ਦਾ ਜੋ ਡਿਫਰੈਂਸ ਲੋਡ ਪਾਉਂਦਾ ਉਹਦੇ ਚਾਰਜ ਕਰਨਾ ਹੈ। Z ਦਾ ਮਤਲਬ ਤੁਹਾਨੂੰ ਦੱਸਿਆ, G ਦਾ ਮਤਲਬ ਹੈ ਕਸਟਮਾਈਜ਼। ZNCO ਆਪਣਾ ਕਸਟਮਾਈਜ਼ ਕੀਤਾ ਹੋਇਆ ਇੱਕ ਪ੍ਰੋਸੈਸ ਹੈ, ਇਸੇ Z ਤੋਂ ਸਟਾਰਟ ਹੋ ਰਿਹਾ। ਬਾਕੀ ਹੋਰ ਵੀ ਡਿਮਾਂਡ ਨੋਟਿਸ ਦੇ ਨੇਮ ਚੇਂਜ ਦਾ ਡਿਮਾਂਡ ਨੋਟਿਸ, ਸ਼ਿਫਟਿੰਗ ਆਫ ਕਨੈਕਸ਼ਨ ਹੋ ਗਿਆ SOC, ਸ਼ਿਫਟਿੰਗ ਆਫ ਕਨੈਕਸ਼ਨ, ਡਿਮਾਂਡ ਨੋਟਿਸ ਆਫ ਕਲੱਬਿੰਗ, ਜੋ 4-5 ਖਾਤੇ ਕਲੱਬ ਹੋ ਰਹੇ ਨੇ। ਤਾਂ ਆਪਾਂ ਸਿਲੈਕਟ ਕੀ ਕਰਾਂਗੇ ਕਿ ਉਹ ਕੀ ਹੈ ਨਿਊ ਕਨੈਕਸ਼ਨ। ਨਿਊ ਕਨੈਕਸ਼ਨ ਦਾ ਆਪਾਂ ਡਿਮਾਂਡ ਨੋਟਿਸ ਬਣਾਉਣਾ ਹੈ, ਨਿਊ ਕਨੈਕਸ਼ਨ ਦਾ ਸਿਲੈਕਟ ਕਰਾਂਗੇ। ਹੁਣ SAP ਕੈਲਕੂਲੇਸ਼ਨ ਕਰੇਗਾ ਜੋ ਆਪਾਂ ਸਰਵਿਸ ਆਰਡਰ ਦੇ ਵਿੱਚ ਡਾਟਾ ਪਾਇਆ ਸੀ ਕਿ DS ਕੈਟਾਗਰੀ ਲੋਡ ਇੰਨਾ, ਉਸ ਬੇਸ ਤੇ ਕੈਲਕੂਲੇਸ਼ਨ ਕਰਕੇ ਆਪਣਾ ਡਿਸਪਲੇ ਕਰਾਏਗਾ ਕਿ ਉਸਦੀ ਕੈਲਕੂਲੇਸ਼ਨ ਫੀਸ ਕਿੰਨੀ ਬਣਦੀ ਹੈ। ਮੀਟਰ ਸਿਕਿਉਰਿਟੀ 625, SCC 2300, ਕਿਉਂ ਮੈਂ 2.3 ਪਾਇਆ ਕਿਉਂਕਿ ਕੁਝ ਸਬਜੈਕਟ ਦੇ ਵਿੱਚ ਹੁੰਦਾ ਕਿ 2.3 ਦਾ 3000 ਪੂਰਾ ਲੈ ਲੈਂਦੇ ਨੇ, ਪਰ SAP ਦੇ ਜਿੱਥੇ SAP ਆ ਗਿਆ ਤਾਂ ਸਟੈਂਡਰਡ ਸਹੀ ਹੀ ਕੋਸਟ ਚਾਰਜ ਹੋਏਗੀ। ਤੇ ਕਿਤੇ ਤੁਸੀਂ ਆਪਣਾ ਫੋਰਸ ਕਰਕੇ ਗਲਤ ਚਾਰजेस ਨਹੀਂ ਆਪਾਂ ਕੰਜ਼ਿਊਮਰ ਤੋਂ ਲੈ ਸਕਦੇ, ਜਾਂ ਉਸ ਨੂੰ ਕਈ 2 ਦੇ ਅਕੋਰਡਿੰਗ 2000 ਲੈ ਲੈਣਗੇ, ਕਈ 3 ਦੇ ਅਕੋਰਡਿੰਗ 3000 ਲੈ ਲੈਣਗੇ, ਬਟ ਇਹ ਬਣਦਾ ਇਸਦਾ ਪਾਰਟ ਆਫ ਦੇਅਰ ਹੁੰਦਾ ਕਿ 2.3 ਹੈ ਤਾਂ 2300 ਬਣਨਗੇ। ਸਿਕਿਉਰਿਟੀ 1110 ਬਣੀ ਬਿਲਕੁਲ ਜੀ, ਕਿਉਂਕਿ ਉਹ ਜਿਹੜੀ ਸਿਕਿਉਰਿਟੀ ਹੁੰਦੀ ਹੈ ਉਹ ਰਾਉਂਡ ਅਪ ਕਰਕੇ ਆਪਾਂ ਲੈਂਦੇ ਹਾਂ। ਹੁਣ ਉਹ ਜਿਹੜੇ ਚਾਰजेस ਉਹ ਚਾਰजेस ਪੋਸਟ ਨਹੀਂ ਹੋਏ, ਉਹ ਚਾਰजेस ਜਿਹੜੇ ਹੋ ਰਹੇ ਉਹ ਪੋਸਟ ਨਹੀਂ ਹੋਏ ਸਰ, ਜਸਟ ਉਹਨੇ ਡਿਸਪਲੇ ਕਰਾਏ ਸੀ। ਤਾਂ ਹੁਣ ਉਹ ਆਪਾਂ ਚਾਰजेस ਪੋਸਟ ਕਰਨਾ ਚਾਹੁੰਦੇ ਹਾਂ, ਮਤਲਬ ਸਹੀ ਹੋਏ ਨੇ ਜਾਂ ਰੋਂਗ ਨੇ। ਜਿਵੇਂ ਕਿ ਮੰਨ ਲਓ ਕਿ ਉਸ 'ਚ ਮੈਂ ਮੀਟਰ ਪ੍ਰੋਵਾਈਡਡ ਨੋ ਕੀਤਾ ਹੁੰਦਾ ਪਰ 625 ਹੁੰਦਾ, ਫਿਰ ਇਹ ਰੋਂਗ ਸੀ ਕਿ ਉਹਨੂੰ ਮੀਟਰ ਸਿਕਿਉਰਿਟੀ ਲੈਣੀ ਨਹੀਂ ਬਣਦੀ। ਫਿਰ ਆਪਾਂ ਉਹਨੂੰ ਜਾ ਕੇ ਆਰਡਰ ਨੂੰ ਕਰੈਕਸ਼ਨ ਕਰ ਲਾਂਗੇ। ਜੇ ਆਪਣੀ ਕੈਲਕੂਲੇਸ਼ਨ ਦੇ ਅਕੋਰਡਿੰਗ ਸਹੀ ਹੈ ਤਾਂ ਆਪਾਂ ਯੈਸ ਕਰਾਂਗੇ ਕਿ ਸਿਸਟਮ ਬੇਸਡ ਕੈਲਕੂਲੇਸ਼ਨ ਹੈ, ਪਰ ਅਸੀਂ ਅभी ਇੱਕ ਵਾਰੀ ਵੈਰੀਫਾਈ ਕਰਨਾ ਹੀ ਹੈ ਕਿ ਜੋ ਅਸੀਂ ਇਨਪੁਟ ਪਾਈ ਉਹ ਕਰੈਕਟ ਸੀ, ਜੋ ਮੇਰੀ ਇਨਪੁਟ ਦੇ ਅਕੋਰਡਿੰਗ ਸਹੀ ਆਊਟਪੁੱਟ ਆਈ ਹੈ। ਬੜਾ ਸਾਡੇ ਸ਼ੋ ਨਹੀਂ ਕਰਦੇ ਸਰ ਸਿਸਟਮ ਦੇ ਜਦੋਂ ਕਰਦੇ ਨਾ। ਇਹ ਟੈਸਟਿੰਗ ਦੇ ਅੰਡਰ ਹੈ ਤੇ ਕੁਝ ਟਾਈਮ ਦੇ ਵਿੱਚ ਇਹ ਪ੍ਰੋਡਕਸ਼ਨ ਦੇ ਵਿੱਚ ਰਿਮੂਵ ਹੋ ਜਾਏਗਾ। ਇਹ ਚੈੱਕ ਬਾਕਸ ਹੈ, ਜੋ ਅਸੀਂ ਪ੍ਰੂਫ ਲਿਆ ਉਸ ਨੂੰ ਸਿਲੈਕਟ ਕਰ ਲਾਂਗੇ, ਸੇਵ ਡਾਕੂਮੈਂਟ ਚੈੱਕ ਲਿਸਟ, ਜੋ ਅਸੀਂ ਉਸ ਡਾਕੂਮੈਂਟ ਲਏ ਨੇ। ਪ੍ਰੋਸੈਸਿੰਗ ਫੀਸ 20 ਰੁਪੀਜ਼, नीचे लिखा है मीटर सिक्योरिटी 625 हैज बीन पोस्टेड। ਹੁਣ ਪਹਿਲਾਂ ਡਿਸਪਲੇ ਹੋਈ ਸੀ, ਹੁਣ ਸਕਸੈਸਫੁਲੀ ਪੋਸਟ ਹੋ ਰਹੀਆਂ ਨੇ। 1110 ਪੋਸਟ ਹੋ ਗਿਆ। ਪ੍ਰਿੰਟ ਪ੍ਰੀਵਿਊ ਕਰਾਂਗੇ। ਪ੍ਰਿੰਟ ਪ੍ਰੀਵਿਊ ਕਰਦੇ ਤੁਸੀਂ ਦੇਖੋ ਇਹਦੇ ਵਿੱਚ ਲੋਡ ਜੋ ਅਸੀਂ ਅਪਲਾਈ ਕੀਤਾ ਸੀ, ਕਿਸ ਕੰਜ਼ਿਊਮਰ ਨਾਮ ਤੇ ਕੀਤਾ ਸੀ, ਉਹ ਸਾਰਾ ਕੁਝ ਸ਼ੋ ਕਰ ਰਿਹਾ ਹੈ। डेट ऑफ प्रिंट डेट की है जिसमें हम प्रिंट कर रहे हैं, वैलिड अप टू एज पर ELCM जो दी ड्यू डेट होएगी। 625 मीटर सिक्योरिटी, एक SAP का यूनिक जनरेट नंबर हो गया, एक इनिशियल सिक्योरिटी। जब बाई चांस गलत भी पोस्ट हो जाते तो रिवर्स करके उन्होंने करैक्ट कर सकते हो, पर जी पहला विंडो आई सी कि उसकी कैलकुलेशन बेस ते इनसिक्योरिटी बनती है, वो यही रिवर्सल ਨੂੰ ਰੋਕਣ ਲਈ ਹੈ कि बार बार रिवर्सल ਦੇ टाइम वेस्ट होने नालों जो टाइम की मिस हो रही वेस्टेज हो रही है उसमें बचाने ਲਈ ਕੀਤਾ है। ਜਿਹੜਾ टैक्सेबल अमाउंट 20 ਦਾ CGST SGST एज पर 18% जो भी बनता है वो चार्ज करके शो कराता 23.60। टोटल अमाउंट GST के अकॉर्डिंग विद राउंड अप करके उसने 1760 शो करते 1.40 पर राउंड अप करके ले लेना। ये देखो डिमांड नोटिस ਦੇ ਵਿੱਚ ਸਾਰੀ डिमांड नोटिस पूरा है, ਜੇ ਇਸ ਕੋਈ ਕਮੀ ਪੇਸ਼ੀ ਹੈ ਇਸ ਵਿੱਚ ਇੱਕ ਚੀਜ਼ ਦੀ ਕਮੀ ਹੈ, ਸਰਵਿਸ ਕਨੈਕਸ਼ਨ ਚਾਰਜ। ਵੱਡੇ ਕਨੈਕਸ਼ਨਾਂ ਦੇ ਵਿੱਚ ਆਪਾਂ ਸਿਕਿਉਰਿਟੀ ਲਾ ਲੈਂਦੇ ਆ ਤੇ ਸਰਵਿਸ ਕਨੈਕਸ਼ਨ ਚਾਰਜ ਲਈ ਕੁਝ ਟਾਈਮ ਪੀਰੀਅਡ ਦਿੰਦੇ ਆ। ਕੰਜ਼ਿਊਮਰ ਦਾ ਇੱਕ ਰਾਈਟਸ ਵੀ ਹੁੰਦਾ ਹੈ ਤੇ ਕੰਜ਼ਿਊਮਰ ਵੀ ਡਿਮਾਂਡ ਕਰਦਾ ਹੈ ਕਿ ਮੈਂ ਸਿਕਿਉਰਿਟੀ ਅੱਜ ਪੇ ਕਰਾਂਗਾ ਤੇ ਜੋ ਸਰਵਿਸ ਕਨੈਕਸ਼ਨ ਚਾਰਜ ਹੈ ਉਹ ਮੈਂ ਥੋੜੇ ਟਾਈਮ ਬਾਅਦ ਪੇ ਕਰਾਂਗਾ, ਕਿਉਂਕਿ ਉਹ ਐਜ਼ ਪਰ PSPCL ਮੈਨੂੰ 6 ਮਹੀਨੇ ਜਾਂ 3 ਮਹੀਨੇ ਦਾ ਟਾਈਮ ਦੇ ਰਿਹਾ। ਤਾਂ ਅਸੀਂ ਇਸ ਦਾ ਪ੍ਰਿੰਟ ਦੇ ਕੇ ਕੰਜ਼ਿਊਮਰ ਨੂੰ ਹੈਂਡਓਵਰ ਕਰਕੇ ਕੈਸ਼ ਕਾਊਂਟਰ ਤੇ ਭੇਜ ਦੇਣਾ ਹੈ ਪੇਮੈਂਟ ਕਰਨ ਲਈ।
ਤੇ ਨਾਲ ਹੀ ਆਪਾਂ ਬੈਕ ਬਟਨ ਤੇ ਕਲਿੱਕ ਕਰਾਂਗੇ ਤਾਂ ਜੋ ਉਸ ਨੂੰ ਸਰਵਿਸ ਇੰਚਾਰਜ ਵੀ ਪੋਸਟ ਹੋ ਜਾਂਦੇ। ਮੋਸਟਲੀ 20 ਕਿਲੋਵਾਟ ਤੱਕ ਡੀਐਸ ਕਨੈਕਸ਼ਨ ਔਨ ਦਾ ਸਪੋਟ ਹੀ ਸਾਰੇ ਪੈਸੇ ਜਮ੍ਹਾਂ ਕਰਾ ਦਿੰਦੇ ਹੈ। ਤਾਂ ਓਕੇ ਕਰਾਂਗੇ, 2300 ਰੁਪਏ ਉਸ ਨੂੰ ਪੋਸਟ ਹੋ ਗਿਆ। ਤਾਂ ਕੰਬਾਈਨ ਡਿਮਾਂਡ ਨੋਟਿਸ ਦਾ ਪ੍ਰਿੰਟ ਆ ਜਾਏਗਾ ਜਿਹਦੇ ਵਿੱਚ ਉਸਦੀ ਟੋਟਲ ਅਮਾਊਂਟ ਬਣਦੀ ਹੈ 4060। ਇਹ ਡਿਮਾਂਡ ਨੋਟਿਸ ਦੀ ਪੇਮੈਂਟ ਹੈ ਤੇ ਡਿਮਾਂਡ ਬਾਰਕੋਡ ਨਾਲ ਪੇਮੈਂਟ ਪੇ ਹੋਏਗੀ। ਇਹ ਬਾਰਕੋਡ ਨਾਲ ਉਹ ਆਇਡੈਂਟੀਫਾਈ ਕਰੇਗਾ ਕਿੰਨੀ ਉਹਦੀ ਸਿਕਿਉਰਿਟੀ ਤੇ ਕਿੰਨੀ ਅਮਾਊਂਟ ਬਣਦੀ ਹੈ। ਇਸ ਤੋਂ ਬਾਅਦ ਕੈਸ਼ ਕਾਊਂਟਰ ਦੀ ਪੇਮੈਂਟ ਦਾ ਪਾਰਟ ਹੈ। ਕੈਸ਼ ਕਾਊਂਟਰ ਪੇਮੈਂਟ ਹੋਏਗੀ, ਪੇਮੈਂਟ ਹੋਣ ਤੋਂ ਬਾਅਦ TMD ਬਣੇਗੀ, ਟੈਕਨੀਕਲ ਮਾਸਟਰ ਡਾਟਾ। ਸਰ ਇਹ ਬਾਰਕੋਡ ਨਾਲ ਨਾ ਭਰ ਕੇ ਆਪਾਂ ਸਿੱਧਾ ਭਰ ਦਈਏ? ਜੀ ਇਹ ਬਿਲਕੁਲ ਵਧੀਆ ਕੁਐਸਚਨ ਪੁੱਛਿਆ। ਜੇ ਬਾਰਕੋਡ ਨਾਲ ਨਹੀਂ ਲੈਂਦੇ ਤੇ ਕੱਲ੍ਹ ਨੂੰ ਜਦੋਂ ਤੁਸੀਂ ਰਿਪੋਰਟ ਕਰਦੇ ਹੋ ਅਸੈਸਮੈਂਟ ਜਾਂ ਕਿੰਨੀ ਸਿਕਿਉਰਿਟੀ ਕਿੰਨੀ ਰਿਕਵਰ ਕੀਤੀਆਂ ਨੇ ਤਾਂ ਉਹ ਰਿਪੋਰਟ ਰੋਂਗ ਨਿਕਲੇਗੀ। ਬਾਰਕੋਡ ਨਾਲ ਲਵਾਂਗੇ ਤਾਂ ਕਰੈਕਟ ਹੈੱਡ ਦੇ ਵਿੱਚ ਪੇਮੈਂਟ ਪੋਸਟ ਹੋਏਗੀ। ਮੈਂ ਤਾਂ ਉਹਦੇ ਹੈਡ 'ਚ ਨਹੀਂ ਜਾਣੀ। ਹਾਂ ਉਹ ਹੈੱਡ ਵਿੱਚ ਨਹੀਂ ਜਾਏਗੀ। ਤਾਂ ਸਹੀ ਹੈੱਡ ਵਿੱਚ ਪਾਉਣ ਨਾਲ ਕੀ ਹੋਏਗਾ, ਆਰਡਰਾਂ ਦਾ ਸਟੇਟਸ ਅਪਡੇਟ ਹੋਏਗਾ ਪੇਮੈਂਟ ਦਾ। ਉਸ ਵਿੱਚ ਇੱਕ ਆਰਡਰ ਦੇ ਸਟੇਟਸ ਹੁੰਦੇ ਨੇ ਪੇ, ਪੇ, ਜਿਸ ਨਾਲ ਉਹ ਕਨਫਰਮ ਹੋ ਜਾਂਦਾ ਕਿ ਇਸਦੀ ਪੇਮੈਂਟ ਅਸੈਪਟਡ ਹੋ ਚੁੱਕੀ ਹੈ। ਜਦੋਂ JEE ਕੰਪਲੀਟ ਕਰਨ ਜਾਏਗਾ ਤਾਂ ਉਸ ਨੂੰ ਕੋਈ ਪੇਮੈਂਟ ਦਾ ਐਰਰ ਨਹੀਂ ਜਾਏਗਾ। ਜਦੋਂ JEE ਆਪਣੀ ਆਈਡੀ ਦਾ ਆਰਡਰ ਕੰਪਲੀਟ ਕਰੇਗਾ ਤਾਂ ਉਸ ਨੂੰ ਅਦਰਵਾਈਜ਼ ਪੇਮੈਂਟ ਦਾ ਐਰਰ ਜਾਏਗਾ, ਜਿਸ ਕਰਕੇ JEE ਦੇ ਐਂਡ ਤੋਂ ਪੇਮੈਂਟ ਨਾ ਹੋਣ ਕਰਕੇ ਆਰਡਰ ਕੰਪਲੀਟ ਨਹੀਂ ਹੋ ਪਾਏਗਾ। ਤਾਂ ਉਹ ਕੈਸ਼ੀਅਰ ਤੋਂ ਬਾਅਦ ਫਾਈਲ ਅੱਗੇ ਉਹਦੇ ਕੋਲ ਹੀ ਮੂਵ ਹੁੰਦੀ ਹੈ ਰੈਵਨਿਊ ਅਕਾਊਂਟੈਂਟ ਕੋਲ। ਉਹ ਪੇਮੈਂਟ ਵੈਰੀਫਾਈ ਕਰਕੇ ਕੰਸਰਨ JEE ਨੂੰ ਜਾਂ SDO ਟੈਕਨੀਕਲ ਨੂੰ ਭੇਜ ਦੇਵੇ।